ਸੋਰਠ ਮਹਿਲਾ ਪਹਿਲਾ। ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਮਨ ਰੇ ਰਾਮ ਜਪਹੁ ਸੁਖ ਹੋਈ, ਅਹਨਿਸ ਗੁਰ ਕੇ ਚਰਨ ਸਰੇਵਹੁ। ਹਰ ਦਾਤਾ ਭੁਗਤਾ ਸੋਈ ਰਹਾਉ, ਜੋ ਅੰਤਰ ਸੋ ਬਾਹਰ ਦੇਖਹੁ। ਅਵਰ ਨਾ ਦੂਜਾ ਕੋਈ ਜੀਓ, ਗੁਰਮੁਖ ਏਕ ਦ੍ਰਿਸ਼ਟ ਕਰ ਦੇਖਹੁ। ਘਟ ਘਟ ਜੋਤ ਸਮੋਈ ਜੀਓ, ਚਲਤਾਉ ਠਾਕ ਰਖਹੁ ਘਰ ਆਪਨੈ। ਗੁਰ ਮਿਲਿਆ ਇਹ ਮਤ ਹੋਈ ਜੀਓ, ਦੇਖ ਆਦ੍ਰਿਸ਼ਟ ਰਹਾਉ ਬਿਸਮਾਦੀ। ਦੁਖ ਬਿਸਰੈ ਸੁਖ ਹੋਈ ਜੀਓ, ਪੀਵਹੁ ਆਪਿਓ ਪਰਮ ਸੁਖ ਪਾਈਐ। ਨਿਜ ਘਰ ਵਾਸਾ ਹੋਈ ਜੀਓ, ਜਨਮ ਮਰਨ ਭਾਵ ਭੰਜਨ ਗਾਈਐ। ਪੁਨਰਪ ਜਨਮ ਨਾ ਹੋਈ ਜੀਓ, ਤਤ ਨਿਰੰਜਨ ਜੋਤ ਸਬਾਈ। ਸੋਹੰ ਭੇਦ ਨ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਈ ਜੀਓ, ਤਤ ਨਿਰੰਜਨ ਜੋਤ ਸਬਾਈ। ਸੋਹੰ ਭੇਦ ਨ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ।
ਸੰਪੂਰਨ ਰੈਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਆਪ ਰਹਿਮਤਾਂ ਕਰਦੇ ਨੇ। ਅੰਮ੍ਰਿਤ ਵੇਲੇ ਸਾਡੇ ਵਾਸਤੇ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ ਤੇ ਉਪਦੇਸ਼ ਮਿਲਦਾ ਹੈ। ਅੱਜ ਵੀ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ ਸ਼੍ਰੀ ਮੁਖਵਾਕ ਦੇ ਰੂਪ ਵਿੱਚ, ਤੇ ਮਹਾਰਾਜ ਨੇ ਦੱਸਿਆ ਹਰ ਬਿਸਰਤ ਸਦਾ ਖੁਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਊਟ ਤੁਹਾਰੀ। ਜਿਹੜੇ ਜੀ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਉਹ ਖੁਆਰ ਹੋ ਜਾਂਦੇ ਨੇ, ਤੇ ਜਿਹੜੇ ਉਹਦੀ ਓਟ ਲੈ ਕੇ ਰਹਿੰਦੇ ਨੇ ਉਹਨਾਂ ਨਾਲ ਕਦੇ ਧੋਖਾ ਨਹੀਂ ਹੁੰਦਾ। ਧੋਖੇ ਦਾ ਕੇਵਲ ਮਤਲਬ ਇੰਨਾ ਹੀ ਨਹੀਂ ਕਿ ਸਾਡੇ ਨਾਲ ਕੋਈ ਠੱਗੀ ਮਾਰ ਲੈਂਦਾ ਛੋਟੀ ਮੋਟੀ। ਕਦੇ ਕਦੇ ਘਰ ਪਰਿਵਾਰ ਸੰਸਾਰ 'ਚ ਆਪਾਂ ਦੇਖਦੇ ਹਾਂ ਕਈ ਸੰਬੰਧੀ ਐਸੇ ਹੁੰਦੇ ਨੇ ਜੋ ਸਾਡੇ ਨਾਲ ਠੱਗੀ ਮਾਰ ਲੈਂਦੇ ਨੇ, ਧੋਖਾ ਕਰ ਦਿੰਦੇ ਨੇ, ਪਰ ਇਹ ਤਾਂ ਛੋਟਾ ਮੋਟਾ ਜਿਹਾ ਧੋਖਾ ਹੈ। ਬਹੁਤ ਵੱਡਾ ਧੋਖਾ ਹੈ ਮਾਇਆ ਦਾ ਧੋਖਾ। ਜਿਹੜੇ ਪ੍ਰਭੂ ਜੀ ਦੀ ਓਟ ਚੁੰਦੇ ਉਹਨਾਂ 'ਤੇ ਮਾਇਆ ਦਾ ਧੋਖਾ ਨਹੀਂ ਪੈਂਦਾ। ਉਹ ਆਪਣੀ ਮੰਜ਼ਿਲ ਵੱਲ ਵੱਧਦੇ ਰਹਿੰਦੇ ਨੇ, ਤੁਰੇ ਰਹਿੰਦੇ ਨੇ, ਅਤੇ ਜੋ ਤੁਰੇ ਜਾਂਦੇ ਨੇ ਫਿਰ ਮੰਜ਼ਿਲ ਪਹੁੰਚ ਵੀ ਜਾਂਦੇ ਨੇ। ਗੱਲ ਹੈ ਰਾਹ 'ਤੇ ਤੁਰਨ ਦੀ। ਰਫਤਾਰ ਹਰ ਇੱਕ ਦੀ ਆਪੋ ਆਪਣੀ, ਗਤੀ ਆਪੋ ਆਪਣੀ ਹੈ। ਸ਼ਾਇਦ ਇਸੇ ਕਰਕੇ ਅਸੀਂ ਕਈ ਵਾਰ ਜੋ ਧਾਰਮਿਕ ਦੁਨੀਆ ਆਪਾਂ ਕਹਿ ਦਿੰਦੇ ਹੁੰਦੇ ਨਾ, ਉਹਦੇ ਵਿੱਚ ਇੱਕ ਪੱਖ ਹੁੰਦਾ ਹੈ ਜਿਹਨੂੰ ਆਪਾਂ ਹੋਰ ਕਹਿ ਸਕੀਏ ਅਧਿਆਤਮਿਕ ਗਿਆਨੀ ਕਈ ਵਾਰ ਗਤੀ ਦੀ ਗੱਲ ਕਰਦੇ ਨੇ। ਭਾਰਤੀ ਦਰਸ਼ਨ 'ਚ ਦੀ ਗੱਲ ਬਹੁਤ ਜ਼ਿਆਦਾ ਹੈ। ਲੋਕ ਆਪਣੇ ਉਹਨਾਂ ਵਡੇਰਿਆਂ ਦੀ ਜੋ ਸਰੀਰ ਛੱਡ ਬੈਠੇ ਨੇ ਗਤੀ ਕਰਾਉਣ ਜਾਂਦੇ ਨੇ, ਅਤੇ ਗਤੀ ਦਾ ਮਤਲਬ ਪਤਾ ਕੀ, ਰਫਤਾਰ, ਸਪੀਡ। ਉਹ ਆਪਣੇ ਵਡੇਰਿਆਂ ਦੀ ਰਫਤਾਰ ਤੇਜ਼ ਕਰਨ ਚਾਹੁੰਦੇ ਨੇ। ਜਿਸ ਰਾਹ 'ਤੇ ਤੁਰੇ ਜਾ ਰਹੇ ਨੇ ਉਹ ਪਿੱਛੋਂ ਪੂਜਾ ਪਾਠ ਕਰਕੇ ਬੂਸਟਰ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਆਪਣੇ ਮੰਜ਼ਿਲ 'ਤੇ ਪਹੁੰਚ ਜਾਓ। ਪਰ ਗਤੀ ਪਤਾ ਕਿਹਨਾਂ ਦੀ ਹੁੰਦੀ ਹੈ? ਜਿਹੜੇ ਮੁਕਤ ਹੁੰਦੇ ਨੇ। ਜਿਹੜਾ ਮੁਕਤ ਹੀ ਨਹੀਂ ਹੋਇਆ ਉਹ ਗਤੀਮਾਨ ਕਿੱਥੋਂ ਹੋਏਗਾ? ਆਪਾਂ ਕਲਪਨਾ ਕਰੀ, ਹੁਣ ਆਪਾਂ ਗੱਡੀ ਸਟਾਰਟ ਕਰਕੇ ਬਹਿ ਗਏ ਵਿੱਚ, ਆਪਾਂ ਬ੍ਰੇਕ ਤੇ ਖੋਲ੍ਹੀ ਕੋਈ ਨਾ, ਅਤੇ ਜਿੰਨੇ ਮਰਜ਼ੀ ਰੇਸ ਦਈ ਜੋ ਕੀ ਫਰਕ ਪੈਂਦਾ ਹੈ? ਜੇ ਆਪਾਂ ਸੜਕ 'ਤੇ ਦੌੜਨਾ ਹੈ ਤਾਂ ਸਾਨੂੰ ਬ੍ਰੇਕ ਖੋਲ੍ਹਣੀ ਪਏਗੀ। ਬ੍ਰੇਕ ਖੁੱਲ੍ਹ ਜਾਏਗੀ ਅਤੇ ਫਿਰ ਆਪਾਂ ਹੌਲੀ ਹੌਲੀ ਵੀ ਤੁਰਾਂਗੇ ਤਾਂ ਵੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਅਤੇ ਜੇ ਬ੍ਰੇਕ ਹੀ ਨਾ ਖੁੱਲ੍ਹੀ ਤਾਂ ਫਿਰ ਭਾਵੇਂ ਜਿੰਨਾ ਮਰਜ਼ੀ ਤੇਲ ਫੂਕਦੇ ਰਹੋ, ਖੜ੍ਹੇ ਰਹਾਂਗੇ। ਉਹ ਦਰਸ਼ਨ ਦੇ ਵਿੱਚ ਇੱਕ ਕਹਾਣੀ ਸੁਣਾਈ ਜਾਂਦੀ ਨਾ ਕਿ ਕੋਈ ਸ਼ਰਾਬੀ ਨਸ਼ੇ ਵਿੱਚ ਸੀਗਾ, ਮੈਂ ਦਰਿਆ ਪਾਰ ਕਰਨਾ ਹੈ ਸੋਚ ਕੇ ਬੇੜੀ 'ਚ ਬਹਿ ਗਿਆ ਅਤੇ ਚੱਪੂ ਮਾਰਨੇ ਸ਼ੁਰੂ ਕਰ ਦਿੱਤੇ। ਚੱਪੂ ਮਾਰਦਾ ਰਿਹਾ ਨਸ਼ੇ ਦੇ ਲੋਰ ਵਿੱਚ, ਥੱਕ ਗਿਆ। ਜਦੋਂ ਥੋੜ੍ਹਾ ਜਿਹਾ ਨਸ਼ਾ ਉਤਰਿਆ, ਚੇਤਨਾ ਆਈ ਵੀ ਮੈਂ ਤਾਂ ਪਾਰ ਪਹੁੰਚ ਗਿਆ ਹੋਣਾ, ਕਿਨਾਰਾ ਬੜੀ ਦੂਰ ਹੈ। ਹੋਸ਼ ਪਰਤੀ ਦੇਖਿਆ ਉੱਥੇ ਹੀ ਖੜ੍ਹਾ ਹੈ, ਕਿਉਂਕਿ ਉਹ ਰੱਸਾ ਜਿਹਦੇ ਨਾਲ ਬੇੜੀ ਬੰਨ੍ਹੀ ਸੀ ਖੋਲ੍ਹਿਆ ਹੀ ਕੋਈ ਨਹੀਂ, ਅਤੇ ਚੱਪੂ ਮਾਰਦਾ ਰਿਹਾ। ਬਸ ਇਹੀ ਹਾਲਤ ਸਾਡੀ ਬਹੁਤੇ ਜੀਅ ਦੀ ਹਾਲਤ ਇਹੀ ਹੈ। ਅਸੀਂ ਮੋਹ ਦਾ ਰੱਸਾ, ਹੰਕਾਰ ਵਿਕਾਰ ਦਾ ਕਈ ਤੰਦ ਬਣ ਕੇ ਇੱਕ ਰੱਸਾ ਬਣਦਾ ਹੈ। ਜਿਨ੍ਹਾਂ ਬੰਧਨਾਂ 'ਚ ਅਸੀਂ ਫਸੇ ਪਏ ਹਾਂ, ਕੇਵਲ ਇੱਕ ਨਹੀਂ, ਜੋ ਇੱਕ ਰੱਸੇ ਨੂੰ ਬਣਾਉਣ ਵਾਸਤੇ ਕਈ ਬਾਰੀਕ ਬਾਰੀਕ ਤੰਦ ਮਿਲਦੇ ਨੇ, ਫਿਰ ਉਹਨਾਂ ਦਾ ਇੱਕ ਮਜ਼ਬੂਤ ਰੱਸੀ ਬਣਦੀ ਜੋ ਸਾਨੂੰ ਰੋਕ ਸਕਦੀ ਹੈ। ਇਸੇ ਤਰ੍ਹਾਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਲਾਲਚ, ਈਰਖਾ, ਨਿੰਦਾ, ਚੁਗਲੀ, ਦਵੈਸ਼, ਮੈਂ, ਮੇਰੀ, ਇਹ ਨਿੱਕੇ ਨਿੱਕੇ ਧਾਗੇ ਨੇ। ਇਹਨਾਂ 'ਚੋਂ ਕਿਸੇ ਇੱਕ ਨੂੰ ਕਲਿਆਂ ਤੋੜਨਾ ਬੜਾ ਆਸਾਨ ਹੋ ਜਾਂਦਾ ਹੈ, ਪਰ ਜਦੋਂ ਮਿਲ ਜਾਂਦੇ ਨੇ ਤਾਂ ਬੜਾ ਮਜ਼ਬੂਤ ਰੱਸਾ ਬਣ ਜਾਂਦਾ ਹੈ। ਫਿਰ ਇਹਨਾਂ ਨੂੰ ਤੋੜਨਾ, ਇਹਨੂੰ ਗੁਰਬਾਣੀ 'ਚ ਹੇਤ ਕਿਹਾ, ਹੇਤ ਕੇ ਬੰਧਨ ਤੋੜ ਨਾ ਸਾਕੈ, ਤਾਂ ਜਮ ਕਰੇ ਖੁਆਰੀ ਜੀਓ। ਅਤੇ ਮੁਕਤ ਹੋਏਗਾ ਅਤੇ ਫਿਰ ਗਤੀਮਾਨ ਹੋਏਗਾ। ਅਤੇ ਜੇ ਮੁਕਤ ਹੀ ਨਹੀਂ ਹੋਇਆ, ਸਮਝ ਲਓ ਉਹ ਧੋਖੇ ਵਿੱਚ ਹੈ, ਉਹਦੇ 'ਤੇ ਧੋਖਾ ਪੈਂਦਾ ਹੈ। ਉਹਨੂੰ
ਭੁਲੇਖਾ ਲੱਗਦਾ ਕਿ ਲੈ ਆਪਣਾ ਕੰਮ ਤੇ ਬਣ ਗਿਆ, ਪਰ ਬਣਦਾ ਕੁਝ ਨਹੀਂ। ਉਹ ਧੋਖਾ ਹੈ। ਸੋਚਦਾ ਹੈ ਕਿ ਮੈਂ ਪੂਜਾ ਪਾਠ ਧਰਮ ਕਰਮ ਕਰ ਲਏ, ਆਪਾਂ ਤੇ ਮੁਕਤ ਹੋ ਜਾਵਾਂਗੇ, ਪਰ ਮੁਕਤ ਹੁੰਦਾ ਕੋਈ ਨਹੀਂ। ਆਪਣੇ ਵੱਲੋਂ ਧੋਖਾ ਖਾ ਜਾਂਦਾ ਹੈ ਕਿ ਮੈਂ ਤੇ ਬਹੁਤ ਕੰਮ ਕਰ ਲਏ, ਬਹੁਤ ਜਾਪ ਕਰ ਲਏ, ਬਹੁਤ ਕਰ ਲਿਆ, ਬੜਾ ਕਮਾ ਲਿਆ, ਬਹੁਤ ਪਹੁੰਚ ਗਏ, ਪਰ ਪਹੁੰਚਦਾ ਕਿਤੇ ਵੀ ਨਹੀਂ। ਇਹ ਮਾਇਆ ਦਾ ਧੋਖਾ ਹੈ। ਮਾਇਆ ਦਾ ਧੋਖਾ ਸਿਰਫ ਉਹਨਾਂ 'ਤੇ ਨਹੀਂ ਪੈਂਦਾ ਜਿਹੜੇ ਜਾ ਕੋ ਓਟ ਤੁਹਾਰੇ, ਜੋ ਕੇਵਲ ਪ੍ਰਮਾਤਮਾ ਦੀ ਓਟ ਲੈਂਦੇ ਨੇ, ਉਹ ਇਸ ਧੋਖੇ ਤੋਂ ਬਚਦੇ ਨੇ। ਨਹੀਂ ਤਾਂ ਬਾਕੀ ਤਕਰੀਬਨ ਬਹੁਤੇ ਜੀ ਮਾਇਆ ਦੇ ਧੋਖੇ ਦੇ ਸ਼ਿਕਾਰ ਹੋ ਜਾਂਦੇ ਨੇ। ਔਰ ਇਹਨਾਂ ਹੀ ਗੱਲਾਂ ਨੂੰ ਹੋਰ ਅਸੀਂ ਸਮਝਣਾ ਹੈ। ਮਹਾਰਾਜ ਦੇ ਪਾਵਨ ਬਚਨ ਜੋ ਆਪਾਂ ਕੱਲ੍ਹ ਵਾਚ ਰਹੇ ਸਾਂ, ਉਹੀ ਦੁਹਰਾ ਕੇ ਉਸੇ ਬਚਨ ਦੀਆਂ ਕੁਝ ਅਗਲੀਆਂ ਗੱਲਾਂ ਅੱਜ ਵਾਚਣ ਦਾ ਯਤਨ ਕਰਦੇ ਹਾਂ। ਕੱਲ੍ਹ ਇਹ ਤੁਕਾਂ ਪੜ੍ਹੇ ਸਾਂ, ਸਰਬ ਜੀਆਂ ਸਿਰਲੇਖ ਤੁਰਾਹੂੰ, ਬਿਨ ਲੇਖੈ ਨਹੀਂ ਕੋਈ ਜੀਉ। ਹਰ ਇੱਕ ਜੀ ਦੇ ਸਿਰ 'ਤੇ ਹੁਕਮੀ ਲੇਖ ਲਿਖਿਆ ਹੋਏ, ਤੇ ਉਸ ਹੁਕਮੀ ਲੇਖ ਦੇ ਮੁਤਾਬਕ ਹੀ ਜੀ ਆਪਣੇ ਕਰਮ ਕਰ ਰਿਹਾ। ਇਹਨਾਂ ਲੇਖਾਂ ਦੇ ਵਿੱਚ ਕੀ ਲਿਖਿਆ ਸਾਨੂੰ ਨਹੀਂ ਪਤਾ, ਪਰ ਜੋ ਅਸੀਂ ਕਰਦੇ ਹਾਂ ਇਹ ਲੇਖਾਂ ਦੇ ਮੁਤਾਬਕ ਹੈ, ਔਰ ਇਹਦੇ ਮੁਤਾਬਕ ਅਗਾਂਹ ਲੇਖ ਫਿਰ ਲਿਖੇ ਜਾ ਰਹੇ ਨੇ। ਜੇ ਹੋਰ ਥੋੜ੍ਹਾ ਇਸ ਨੂੰ ਸਮਝਣਾ ਹੋਵੇ ਵੀ ਸਾਡਾ ਦੋਸ਼ ਕਿੱਥੇ ਹੈ, ਵੀ ਜੀ ਸਭ ਕੁਝ ਹੁਕਮ ਦੇ ਲੇਖ ਹੀ ਭੁਗਤ ਰਹੇ ਹਾਂ, ਅਤੇ ਫਿਰ ਸਾਡਾ ਦੋਸ਼ ਕੀ ਹੈ? ਸਾਨੂੰ ਕਿਰਤ ਸਾਡੇ ਲੇਖਾਂ ਦੇ ਮੁਤਾਬਕ ਮਿਲੀ ਹੈ, ਦੁੱਖ ਸੁੱਖ ਸਾਡੇ ਲੇਖਾਂ ਦੇ ਮੁਤਾਬਕ ਨੇ, ਸੰਜੋਗ ਵਿਜੋਗ ਸਾਡੇ ਲੇਖਾਂ ਦੇ ਮੁਤਾਬਕ ਨੇ, ਪਰ ਕਰਮ ਸਾਡੇ ਨੇ। ਇਸ ਭੇਤ ਨੂੰ ਅਸੀਂ ਬਹੁਤ ਘੱਟ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ। ਯਤਨ ਕਰੀਏ, ਜੋ ਲੇਖਾਂ ਦੇ ਮੁਤਾਬਕ ਮਿਲੇ ਆ ਉਹ ਦੁੱਖ ਸੁੱਖ ਹੈ, ਪਰਿਵਾਰ ਦੇ ਜੀਅ ਨੇ, ਆ ਸੰਬੰਧੀ ਨੇ, ਭੈਣ ਭਰਾ ਨੇ, ਆ ਸੰਗਤ ਹੈ, ਇਹ ਸਭ ਲੇਖਾਂ ਦੇ ਸਦਕੇ ਮਿਲੀ ਹੈ। ਲੇਖਾਂ ਨਾਲ ਭਾਗ ਬਣਦੇ ਨੇ, ਭਾਗਾਂ ਦੇ ਮੁਤਾਬਕ ਮਿਲਿਆ ਸਭ ਕੁਝ ਸਾਨੂੰ। ਪਰ ਇਹਦੇ ਵਿੱਚ ਰਹਿੰਦਿਆਂ, ਇਹ ਕਿਰਤ ਕਰਦਿਆਂ, ਇਹਨਾਂ ਪਰਿਵਾਰ ਦੇ ਜੀਆਂ ਦੇ ਨਾਲ ਆਪਣਾ ਧਰਮ ਫਰਜ਼ ਨਿਭਾਉਂਦੇ ਹਾਂ, ਅਸੀਂ ਕਰਮ ਕਰਦੇ ਹਾਂ। ਉਹ ਕਰਮ ਦਿਸਦੇ ਨਹੀਂ ਕਿ ਕਰਮ ਚੰਗੇ ਜਾਂ ਮੰਦੇ ਹੁੰਦੇ ਨੇ, ਕਰਮ ਸਾਡੇ ਨੇ। ਉਹ ਕਰਮਾਂ ਦੇ ਮੁਤਾਬਕ ਫਿਰ ਅਗਲਾ ਲੇਖਾ ਲਿਖਿਆ ਜਾਣਾ। ਇਸ ਕਰਕੇ ਜੇ ਗੁਰਮਤਿ ਦਰਸ਼ਨ ਬਾਰੀਕੀ ਨਾਲ ਪਕੜੀਏ ਤੇ ਇਹਨਾਂ ਬਦਲਦੇ ਹੋਏ ਲੇਖਾਂ ਨੂੰ ਨਹੀਂ ਆਪਾਂ ਬਦਲ ਸਕਦੇ, ਆਪਾਂ ਆਪਣਾ ਕਰਮ ਬਦਲ ਸਕਦੇ ਹਾਂ। ਤੇ ਕਰਮ ਦਾ ਮਤਲਬ ਕਿਰਤ ਨਹੀਂ ਜੇ ਹੁੰਦਾ। ਬਹੁਤੇ ਲੋਕ ਕਿਰਤ ਨੂੰ ਹੀ ਕਰਮ ਕਹੀ ਜਾਂਦੇ ਆ, ਵੀ ਆਪਾਂ ਇੱਥੇ ਬੈਠੇ ਆਉਂਦੇ ਜਾਂਦੇ ਹੋਏ ਕਰਮ ਕਰਦੇ ਹਾਂ। ਠੀਕ ਹੈ, ਬਾਹਰੋਂ ਵੇਖਣ ਨੂੰ ਕਰਮ ਲੱਗਦਾ ਹੈ, ਪਰ ਇੱਥੇ ਸਾਡਾ ਵਿਵਹਾਰ ਹੈ, ਕਿਰਤ ਹੈ। ਕਰਮ ਹੈ ਚੰਗਾ ਤੇ ਮੰਦਾ। ਕੀ ਅਸੀਂ ਚੰਗੇ ਹਾਂ ਕਿ ਮੰਦੇ ਹਾਂ? ਕਰਮ ਨਿਰਭਰ ਕਰਦਾ ਹੈ ਸੋਚ ਦੇ ਨਾਲ, ਸਾਡੇ ਬੋਲਾਂ ਦੇ ਨਾਲ। ਕਿ ਅਸੀਂ ਇੱਥੇ ਬੈਠ ਕੇ ਮੰਦਾ ਤੇ ਨਹੀਂ ਸੋਚਦੇ, ਕਿ ਅਸੀਂ ਸਾਰਾ ਦਿਨ ਕਿਸੇ ਦੂਸਰੇ ਵਿਅਕਤੀ ਬਾਰੇ ਮੰਦਾ ਤੇ ਨਹੀਂ ਚਿਤਵਦੇ। ਅਤੇ ਜੇ ਅਸੀਂ ਮੰਦਾ ਚਿਤਵਨੀ ਸਾਡੇ ਅੰਦਰ ਹੈ ਤੇ ਸਾਡੇ ਕਰਮ ਮਾੜੇ ਨੇ। ਅਗਾਂਹ ਸਾਡੇ ਕਰਮਾਂ ਦਾ ਫਲ ਵੀ ਮਾੜਾ ਹੋਏਗਾ। ਇੱਕ ਗਹਿਰਾ ਜਿਹਾ ਅਤੇ ਪਿਆਰਾ ਜਿਹਾ ਬਚਨ, ਮੰਦਾ ਚਿਤਵਤ ਚਿਤਵਤ ਮੂਆ, ਪਾਵਨ ਬਾਣੀ 'ਚ ਬਚਨ ਹੈ। ਜਿਹੜਾ ਵਿਅਕਤੀ ਮੰਦੀ ਚਿਤਵਨੀ ਰੱਖਦਾ ਹੈ ਉਹ ਮਰ ਜਾਂਦਾ ਹੈ। ਇਸ ਕਰਕੇ ਆਪਣੇ ਅੰਦਰ ਦੇ ਚਿਤਵਨੀ ਨੂੰ, ਚੰਗੇ ਤੇ ਮੰਦੇ ਕਰਮ ਨੂੰ ਬਦਲ ਕੇ ਚੰਗਿਆਂ 'ਚ ਲੈ ਲਈਏ। ਔਰ ਸਰਬ ਤੋਂ ਉੱਤਮ ਕਰਮ ਚੰਗਾ ਕਿਹੜਾ ਹੈ? ਸਰਬ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਜੀ ਦਾ ਨਾਮ ਜਪੀਏ, ਇਹ ਸਭ ਤੋਂ ਨਿਰਮਲ ਕਰਮ ਹੋ ਜਾਂਦਾ ਹੈ। ਇਹਦੇ ਸਦਕੇ ਫਿਰ ਸਾਡੀ ਸੋਚ ਨਿਰਮਲ ਹੋ ਜਾਂਦੀ ਹੈ। ਇਸ ਕਰਕੇ ਕੱਲ੍ਹ ਸਾਨੂੰ ਕਿਹਾ ਸੀ, ਮਨ ਰੇ ਰਾਮ ਜਪੋ, ਕੀ ਮਿਲੇਗਾ? ਕਹਿਣ ਲੱਗੇ ਸੁੱਖ ਹੋਈ, ਹੋਰ ਕੀ ਚਾਹੀਦਾ ਤੈਨੂੰ? ਔਰ ਵਾਹਿਗੁਰੂ ਵਾਹਿਗੁਰੂ ਜਪਣਾ ਪੈਸੇ 'ਤੇ ਨਹੀਂ ਮਿਲਦੇ ਇੱਕਦਮ ਨਾ। ਵਾਹਿਗੁਰੂ ਵਾਹਿਗੁਰੂ ਜਪਣਾ ਸੁੱਖ ਮਿਲਦਾ ਹੈ। ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਮਨ ਸ਼ਾਂਤ ਹੁੰਦਾ ਹੈ। ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਤਣਾਅ ਤੋਂ ਮੁਕਤੀ ਮਿਲਦੀ ਹੈ। ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਸਾਡਾ ਮਨ ਟਿਕ ਜਾਂਦਾ ਹੈ। ਹੋਰ ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਥੋੜ੍ਹਾ ਕਿ ਅਸੀਂ ਇੱਥੇ ਬੈਠੇ ਤੇ ਆਪਾਂ ਰਾਜੇ ਬਣ ਜਾਣਾ ਇੱਕਦਮ, ਨਹੀਂ, ਰੱਜ ਜਾਵਾਂਗੇ। ਹੋ ਸਕਦਾ ਦੁਨੀਆ ਦੇ ਰਾਜੇ ਨਹੀਂ ਬਣਾਂਗੇ, ਪਰ ਵਾਹਿਗੁਰੂ ਵਾਹਿਗੁਰੂ ਜਪਣ ਦੇ ਨਾਲ ਆਪਾਂ ਰੱਜ ਜਾਵਾਂਗੇ। ਅਤੇ ਜੋ ਰੱਜ ਜਾਂਦਾ ਹੈ ਉਹ ਸੁੱਤੇ ਸਿੱਧ ਰਾਜਾ ਹੁੰਦਾ ਹੈ। ਅਤੇ ਜੋ ਭੁੱਖਾ ਹੋਵੇ, ਭਾਵੇਂ ਉਹਨੂੰ ਕਿਸੇ ਵੀ ਵੱਡੇ ਤੋਂ ਵੱਡੇ ਤਖ਼ਤ 'ਤੇ ਬਿਠਾ ਦਿਓ, ਉਹ ਰਾਜਾ ਨਹੀਂ ਹੁੰਦਾ। ਨਾਮ ਜਪੀਏ ਸੁੱਖ ਮਿਲੇਗਾ। ਕਦੋਂ ਜਪੀਏ, ਕਿਵੇਂ ਜਪੀਏ?
ਅਗਲਾ ਸਵਾਲ ਸਾਡਾ ਹੁੰਦਾ ਕਦੋਂ ਜਪੀਏ ਅਤੇ ਕਿਵੇਂ ਜਪੀਏ। ਅਹਨਿਸ, ਅਹਨਿਸ ਮਤਲਬ ਦਿਨ ਰਾਤ। ਗੁਰ ਕੇ ਚਰਨ ਸਰੇ ਵਹੋ, ਦਿਨ ਰਾਤ ਗੁਰੂ ਦੇ ਚਰਨਾਂ ਦਾ ਸਰੇ ਵਹੋ। ਸਰੇ ਵਹੋ ਸ਼ਬਦ ਦੋ ਚੀਜ਼ਾਂ ਨੂੰ ਇਕੱਠਾ ਕਰਕੇ ਬਣਦਾ ਹੈ, ਸੇਵਾ ਅਤੇ ਸਿਮਰਨ। ਆਮ ਤੌਰ 'ਤੇ ਸਧਾਰਨ ਕਵਾਂਗੇ ਗੁਰੂ ਕੇ ਚਰਨ ਸੇਵਹੋ, ਗੁਰੂ ਕੇ ਚਰਨਾਂ ਦੀ ਸੇਵਾ ਕਰੋ। ਪਰ ਸਾਨੂੰ ਜੋ ਚਰਨ ਦਿੱਤੇ ਗਏ ਨੇ ਉਹਨਾਂ ਦੀ ਸੇਵਾ ਕਿੱਦਾਂ ਕਰੋਗੇ? ਗੁਰੂ ਕੇ ਚਰਨ ਅੱਜ ਕਿੱਥੇ ਨੇ? ਆਪਾਂ ਕਿਹੜਾ ਅਭਿਆਸ ਗੁਰੂ ਕੇ ਚਰਨਾਂ ਨੂੰ ਧੋ ਸਕਦੇ ਹਾਂ? ਗੁਰੂ ਕੇ ਚਰਨ ਤੇ ਸ਼ਬਦ ਨੇ। ਇਸ ਕਰਕੇ ਭਾਈ ਗੁਰੂ ਕੇ ਸ਼ਬਦ ਦਾ ਸਿਮਰਨ ਕਰੋ, ਗੁਰੂ ਕੇ ਸ਼ਬਦ ਦਾ ਅਭਿਆਸ ਕਰੋ। ਗੁਰੂ ਕੇ ਸ਼ਤੇ ਅਭਿਆਸ ਦਾ ਤਰੀਕਾ ਹੀ ਸਾਨੂੰ ਦੱਸਿਆ ਕਿ ਪੜ੍ਹੋ ਸੁਣੋ, ਗਾਵੋ ਪੜ੍ਹੋ ਸੁਣੋ ਨਿਤ ਭਾਈ। ਇਹ ਕੰਮ ਆਪਾਂ ਨਿਤ ਕਰਨੇ ਨੇ। ਬਾਣੀ ਨੂੰ ਪੜ੍ਹਨਾ ਹੈ, ਬਾਣੀ ਨੂੰ ਸਮਝਣਾ ਹੈ, ਬਾਣੀ ਨੂੰ ਸੁਣਨਾ ਹੈ ਅਤੇ ਬਾਣੀ ਦੇ ਵਿੱਚ ਜੋ ਕਿਹਾ ਜਾ ਰਿਹਾ ਉਸ ਨੂੰ ਕਰਨਾ ਹੈ। ਅਸੀਂ ਬਾਣੀ ਪੜ੍ਹਨ ਤੱਕ ਬੜਾ ਮਿਹਨਤ ਕਰਦੇ ਹਾਂ, ਸੁਣਦੇ ਵੀ ਮਿਹਨਤ ਨਾਲ ਹਾਂ, ਥੋੜ੍ਹੀ ਬਹੁਤੀ ਆਪਾਂ ਵਿਚਾਰ ਸਮਝ ਅੱਖਰੀ ਅਰਥ ਵੀ ਕਰ ਲੈਂਦੇ ਹਾਂ, ਪਰ ਅਗਲਾ ਮਤਲਬ ਰਹਿ ਜਾਂਦਾ ਜੋ ਕਹਿ ਰਹੇ ਨੇ ਉਹ ਨਹੀਂ ਕਰ ਪਾਉਂਦੇ, ਕਿਉਂਕਿ ਬੜਾ ਔਖਾ ਲੱਗਦਾ। ਜੋ ਕਰਨ ਲੱਗ ਪਈਏ ਅਤੇ ਕਈ ਵਾਰ ਸਮਾਜ ਦੇ ਸਾਰੇ ਸੰਬੰਧਾਂ ਦੇ ਵਿਰੋਧ ਹੋ ਜਾਂਦਾ ਹੈ। ਇਸ ਕਰਕੇ ਕਿ ਮਨ ਚੁੱਪ ਕਰ ਰਿਹਾ, ਮਨ ਨੂੰ ਅਸੀਂ ਚੁੱਪ ਕਰਾ ਦਿੰਦੇ ਹਾਂ। ਪਰ ਹੁਕਮ ਹੈ ਗੁਰੂ ਕੇ ਚਰਨ ਸਰੇ ਵਹੋ, ਸੇਵਾ ਅਤੇ ਸਿਮਰਨ। ਭਾਵ ਸੇਵਾ ਕਰਦਿਆਂ ਸਿਮਰਨ ਕਰੋ, ਸਿਮਰਨ ਕਰਦਿਆਂ ਸੇਵਾ ਕਰੋ। ਫਿਰ ਕੀ ਹੋਏਗਾ? ਫਿਰ ਇੱਕ ਸਮਝ ਆਏਗੀ, ਹਰ ਦਾਤਾ ਭੁਗਤਾ ਸੋਈ। ਦਾਤਾ ਵੀ ਉਹ ਜੇ ਅਤੇ ਭੁਗਤਾ ਵੀ ਉਹ ਜੇ। ਭੁਗਤਾ ਦਾ ਮਤਲਬ ਹੁੰਦਾ ਜੋ ਭੋਗ ਰਿਹਾ ਹੈ। ਜਿਵੇਂ ਅਸੀਂ ਤੁਸੀਂ ਸੰਸਾਰ ਦੇ ਜੀ, ਆਪਾਂ ਕਹਿੰਦੇ ਨਾ ਕਦੇ ਕਦੇ ਬੜਾ ਦੁੱਖ ਭੋਗੇ ਅਤੇ ਭਾਈ ਸੁੱਖ ਵੀ ਤਾਂ ਆਪਾਂ ਹੀ ਭੋਗਦੇ ਹਾਂ ਨਾ। ਸੰਸਾਰ ਵਿੱਚ ਦੁੱਖ ਅਤੇ ਸੁੱਖ ਨੇ, ਅਤੇ ਦੁੱਖ ਅਤੇ ਸੁੱਖ ਅਸੀਂ ਤੁਸੀਂ ਭੋਗਦੇ ਹਾਂ। ਅਤੇ ਸਤਿਗੁਰੂ ਕਹਿਣ ਲੱਗੇ ਕੇਵਲ ਤੁਸੀਂ ਨਹੀਂ ਭੋਗਦੇ, ਤੁਹਾਡੇ ਵਿੱਚ ਰਹਿ ਕੇ ਉਹ ਕਰਤਾ ਵੀ ਭੋਗਦਾ ਹੈ। ਕਿਉਂਕਿ ਕਰਤਾ ਪੁਰਖ ਸਿੱਧੇ ਤੌਰ 'ਤੇ ਦੁੱਖ ਅਤੇ ਸੁੱਖ ਦਾ ਭੋਗ ਨਹੀਂ ਕਰ ਸਕਦਾ। ਕਰਤਾ ਪੁਰਖ ਸੂਖਸ਼ਮ ਸਰੂਪ ਹੈ, ਸਿੱਧੇ ਤੌਰ 'ਤੇ ਉਹ ਕੁਝ ਨਹੀਂ ਮੰਨਦਾ, ਉਹ ਸਾਡੇ ਰਾਹੀਂ ਸਾਡੇ ਸਦਕੇ ਭੁਗਤਦਾ ਹੈ। ਇਸੇ ਕਰਕੇ ਜਿਤਨੇ ਵੀ ਅਧਿਆਤਮਿਕ ਪੰਡਲ ਦੇ ਲੋਕ ਨੇ ਉਹ ਕਰਤਾ ਪੁਰਖ ਤੱਕ ਸੇਵਾ ਕਰਨੀ ਚਾਹੁੰਦੇ ਨੇ। ਅਤੇ ਕਿਵੇਂ ਕਰਦੇ ਨੇ? ਭਗਤਾਂ ਦੀ, ਗੁਰਮੁਖਾਂ ਦੀ, ਸੰਗਤਾਂ ਦੀ ਸੇਵਾ ਕਰਦੇ ਨੇ, ਕਿਉਂਕਿ ਉਹਨੂੰ ਪਤਾ ਹੈ ਕਿ ਇਹਨਾਂ ਦੇ ਸਦਕੇ ਇਹ ਸੇਵਾ ਉੱਥੇ ਪਹੁੰਚਦੀ ਹੈ। ਔਰ ਬੜੀਆਂ ਸਾਡੇ ਕੋਲ ਐਸੀਆਂ ਸਾਖੀਆਂ ਨੇ ਜਿੱਥੇ ਕਿਸੇ ਗੁਰਮੁਖ ਦੀ ਸੇਵਾ ਕੀਤੀ ਅਤੇ ਸੇਵਾ ਪਰਮੇਸ਼ਵਰ ਤੱਕ ਪਹੁੰਚੀ। ਅਤੇ ਜੇ ਕਿਸੇ ਨੇ ਕਿਸੇ ਗੁਰਮੁਖ ਨੂੰ, ਕਿਸੇ ਭਗਤ ਨੂੰ ਦੁਖੀ ਕੀਤਾ ਅਤੇ ਦੁੱਖ ਵੀ ਉੱਥੇ ਪਹੁੰਚਾ। ਰੋਜ਼ ਪੜ੍ਹਦੇ ਹੋ ਕਿ ਸੰਤਨ ਦੁੱਖ ਪਾਏ ਤੇ ਦੁਖੀ। ਹੁਣ ਕਿਸੇ ਨੇ ਸੰਤ ਨੂੰ ਦੁੱਖ ਦਿੱਤਾ, ਸਾਨੂੰ ਲੱਗਿਆ ਕਿ ਦੁੱਖ ਸੰਤ ਨੇ ਭੋਗਿਆ, ਪਰ ਨਹੀਂ, ਸੰਤ ਦੁੱਖ ਨਹੀਂ ਭੋਗਦਾ, ਕਿਉਂਕਿ ਸੰਤ ਆਪ ਪਰਾਂ ਹਟ ਜਾਂਦਾ ਹੈ। ਪਰਮਾਤਮਾ ਦੁੱਖ ਭੋਗਦਾ ਜੇ ਤਰ੍ਹਾਂ ਸੰਤ ਸੁੱਖ ਵੀ ਨਹੀਂ ਜੇ ਭੋਗਦਾ। ਸੰਤ ਸੁੱਖ ਤੋਂ ਵੀ ਪਰਾਂ ਹਟ ਜਾਂਦਾ, ਦੁੱਖ ਸੁੱਖ ਤੋਂ ਪਰਾਂ ਰਹਿੰਦਾ ਹੈ, ਅਤੇ ਉਹ ਦੁੱਖ ਅਤੇ ਸੁੱਖ ਸਿੱਧਾ ਪਰਮਾਤਮਾ ਭੋਗਦਾ ਹੈ। ਜਿਵੇਂ ਨਿੱਕੇ ਜਿਹੇ ਬਾਲਕੇ ਨੂੰ ਅਗਰ ਕੋਈ ਬੰਦਾ ਦੁਖੀ ਕਰਦਾ ਬਾਹਰੋਂ, ਆ ਜਿਹੜੇ ਪੇਰੈਂਟਸ ਬੈਠੇ ਹੋ, ਸਾਡੇ ਨਿੱਕੇ ਨਿੱਕੇ ਬਾਲਕੇ, ਹੁਣ 5-7 ਵਰ੍ਹਿਆਂ ਦਾ ਕੋਈ ਬੱਚਾ ਹੋਵੇ, ਪਾਰਕ 'ਚ ਖੇਡਣ ਗਿਆ, ਕਿਸੇ ਥਰਡ ਪਰਸਨ ਨੇ ਸਾਡੇ ਬੱਚੇ ਨੂੰ ਦੁਖੀ ਕੀਤਾ, ਬੱਚਾ ਤਾਂ ਵਿਚਾਰਾ 2 ਘੜੀਆਂ ਰੋ ਲੈਂਦਾ, ਕਿਉਂਕਿ ਉਹਨੂੰ ਅਜੇ ਬਾਕੀ ਸਮਝ ਨਹੀਂ। ਉਹਨੂੰ ਕਿਸੇ ਤੰਗ ਕੀਤਾ, ਉਹ ਰੋ ਪਿਆ। ਦੁਖੀ ਕੌਣ ਹੋਇਆ? ਉਹਦੇ ਕੋਲ ਬੈਠੀ ਮਾਂ ਜਾਂ ਦਾ ਪਿਤਾ। ਦੁਖੀ ਤਾਂ ਉਹ ਹੋਇਆ ਨਾ। ਬੱਚਾ ਤਾਂ 2 ਘੜੀਆਂ ਰੋਇਆ, ਚੁੱਪ ਕਰ ਗਿਆ, ਫਿਰ ਭੁੱਲ ਗਿਆ ਵੀ ਕੀ ਹੋਇਆ ਸੀ, ਕੀ ਨਹੀਂ ਸੀ ਹੋਇਆ, ਕਿਹਨੇ ਕੀਤਾ ਸੀ, ਕਿਹਨੇ, ਉਹਨੂੰ ਨਹੀਂ ਪਤਾ ਲੱਗਾ ਬੱਚੇ ਨੂੰ। ਪਰ ਉਹ ਦੁੱਖ ਕਿੱਥੇ ਪਹੁੰਚ ਗਿਆ? ਅਤੇ ਮਾਂ ਬਾਪ ਕੋਲ ਪਹੁੰਚ ਗਿਆ। ਜਿਹੜਾ ਵੀ ਮੌਕੇ 'ਤੇ ਮਾਂ ਕੋਲ ਬੈਠੀ, ਪਿਤਾ ਕੋਲ ਬੈਠਾ ਹੈ, ਦੁੱਖ ਉੱਥੇ ਪਹੁੰਚ ਗਿਆ, ਉਹ ਪਰੇਸ਼ਾਨ ਹੈ, ਪੀੜਿਤ ਹੈ। ਇਸੇ ਤਰ੍ਹਾਂ ਥਰਡ ਪਰਸਨ ਆ ਕੇ ਬੱਚੇ ਨੂੰ ਕੋਈ ਸੁੱਖ ਦਿੰਦਾ ਹੈ, ਕੋਈ ਚੰਗੀ ਚੀਜ਼ ਦਿੰਦਾ ਹੈ, ਉਹਦੇ ਖੇਡ 'ਚ ਕੋਈ ਮਦਦ ਕਰਦਾ, ਬੱਚਾ ਫਿਰ ਚੰਗਾ ਵੀ ਭੁੱਲ ਜਾਂਦਾ ਹੈ, ਕਿਉਂਕਿ ਉਹ ਤਾਂ ਅਬੋਧ ਹੈ। ਉਹ 2 ਘੜੀਆਂ ਬਾਅਦ ਫਿਰ ਭੁੱਲ ਜਾਏਗਾ। ਹੁਣ ਇਹ ਖੁਸ਼ੀ ਕਿਹਨੂੰ ਮਿਲ ਰਹੀ ਹੈ? ਜੋ ਬੈਂਚ 'ਤੇ ਬੈਠਾ ਹੋਇਆ ਬਜ਼ੁਰਗ ਹੈ, ਮਾਤਾ ਪਿਤਾ 'ਚ ਕੋਈ ਜੋ ਬੱਚੇ ਨੂੰ ਖਿਡਾਉਣ ਲੈ ਕੇ ਆਏ, ਉਹ ਖੁਸ਼ ਵੀ ਹੋ ਰਿਹਾ ਹੈ, ਅਤੇ ਬੈਠਾ ਬੈਠਾ ਦੁਖੀ ਵੀ ਹੋ ਰਿਹਾ ਹੈ। ਇਸੇ ਤਰ੍ਹਾਂ ਕਰਤਾ ਪੁਰਖ ਨੇ ਸਾਨੂੰ ਸੰਸਾਰ ਦੇ ਪਾਰਕ 'ਚ ਖੇਡਣ ਭੇਜਿਆ। ਸਾਡੀਆਂ ਖੇਡਾਂ ਦੇ ਵਿੱਚ ਹੀ ਸਾਨੂੰ ਕੋਈ ਦੁਖੀ ਕਰ ਜਾਂਦਾ ਹੈ, ਸਾਨੂੰ ਕੋਈ ਸੁਖੀ ਕਰ ਜਾਂਦਾ ਹੈ। ਅਤੇ ਭਾਈ ਜੋ ਦੁਖੀ ਕਰ ਜਾਂਦਾ ਹੈ ਸਾਨੂੰ ਉਹਦਾ ਵੀ ਨਹੀਂ ਪਤਾ ਲੱਗਦਾ ਬਹੁਤਾ, ਅਤੇ ਜੋ ਸੁਖੀ ਕਰ ਦਿੰਦਾ ਉਹਦਾ ਵੀ ਨਹੀਂ ਪਤਾ ਲੱਗਦਾ ਬਹੁਤਾ।
ਤੇ ਪਰ ਇਹ ਦੁੱਖ ਤੇ ਸੁੱਖ ਅਗਰ ਗਹਿਰਾ ਹੋ ਜਾਏ ਤੇ ਜੇ ਕਿਤੇ ਆਪਣੇ ਆਪ ਨੂੰ ਅਸੀਂ ਬੁੱਧ ਬਾਲਕਾਂ ਵਾਂਗ ਤੋਂ ਬਚਾ ਸਕੀ ਤੇ ਦੁੱਖ ਤੇ ਸੁੱਖ ਸਿੱਧਾ ਪ੍ਰਮਾਤਮਾ ਤੇ ਪਹੁੰਚ ਜਾਂਦਾ ਹੈ। ਅਲਟੀਮੇਟ ਪਹੁੰਚਦਾ ਤਾਂ ਉੱਥੇ ਹੈ, ਪਰ ਕਈ ਵਾਰ ਅਸੀਂ ਆਪਣੇ ਆਪ ਨੂੰ ਇਨਵਾਲਵ ਕਰ ਲੈਂਦੇ ਹਾਂ। ਆ ਗੁਰਬਾਣੀ 'ਚ ਇੱਕ ਬੜਾ ਪਿਆਰਾ ਸੂਤਰ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਆਪਣੇ ਆਪ ਨੂੰ ਦੁੱਖਾਂ ਤੇ ਸੁੱਖਾਂ 'ਚ ਇਨਵਾਲਵ ਨਾ ਕਰੀਏ। ਜੋ ਹੋ ਰਿਹਾ ਅਸੀਂ ਬਦਲ ਤੇ ਨਹੀਂ ਸਕਦੇ ਨਾ। ਬਹੁਤ ਸਾਰੀਆਂ ਪਰਿਸਥਿਤੀਆਂ ਚੀਜ਼ਾਂ ਨੇ ਜੋ ਅਸੀਂ ਜਾਣਦੇ ਹਾਂ ਪਰ ਬਦਲ ਨਹੀਂ ਸਕਦੇ। ਅਸੀਂ ਸਿਸਟਮ ਨੂੰ ਜਾਣਦੇ ਹਾਂ, ਚੰਗਾ ਨਹੀਂ ਗਾ, ਪਰ ਸਾਡੇ ਕੋਲ ਯਕਦਮ ਬਦਲਣ ਦੀ ਤਾਕਤ ਥੋੜ੍ਹਾ ਹੈ। ਮੰਨ ਲਿਆ ਬਹੁਤ ਗਰਮੀ ਪੈ ਰਹੀ ਹੈ, ਦੁਖੀ ਹਾਂ, ਪਰ ਬਦਲ ਤੇ ਨਹੀਂ ਸਕਦੇ ਨਾ। ਬਹੁਤ ਕੁਝ ਕਈ ਵਾਰ ਐਸੀਆਂ ਚੀਜ਼ਾਂ ਨੇ ਜੋ ਸਾਡੇ ਹੱਥ ਵਾਸੀ ਨਹੀਂ ਗਈਆਂ, ਬਦਲ ਤੇ ਨਹੀਂ ਸਕਦੇ। ਕੀ ਕਰ ਸਕਦੇ ਹਾਂ? ਰੋ ਸਕਦੇ ਹਾਂ। ਫਿਰ ਰੋਂਦੇ ਕਿਉਂ ਆ? ਕਿਉਂਕਿ ਕਿਸੇ ਵਸਤੂ ਨੂੰ, ਕਿਸੇ ਪਰਿਸਥਿਤੀ ਨੂੰ ਸਮਝਣ ਤੇ ਵਿਚਾਰਨ ਦੇ ਦੋ ਹੀ ਤਰੀਕੇ ਨੇ। ਜਾਂ ਤਾਂ ਭਾਈ ਬਹੁਤ ਪਰੇਸ਼ਾਨ ਹੋ ਕੇ, ਮਜਬੂਰ ਹੋ ਕੇ, ਤੇ ਜਾਂ ਸਪਾਟ ਠਹਿਰਾਓ, ਠੀਕ ਹੈ, ਹੋ ਰਿਹਾ। ਸਾਨੂੰ ਗੁਰਬਾਣੀ ਦਰਸ਼ਨ ਦੱਸਦੇ ਨੇ, ਜੋ ਹੋਆ, ਆਪ ਤੇ ਪੜ੍ਹਦੇ ਹੋਗੇ ਸੁਖਮਨੀ ਸਾਹਿਬ ਦੇ ਵਿੱਚ, ਜੋ ਹੋਵਾ ਹੋਵਤ ਸੋ ਜਾਣੈ। ਜੋ ਹੋ ਰਿਹਾ ਹੈ ਉਸ ਨੂੰ ਜਾਣੇ। ਇਹਨੇ ਬੁੱਧੂ ਬਣ ਕੇ ਬੈਠੇ ਰਹੀਏ, ਨਹੀਂ ਪਤਾ ਹੀ ਨਹੀਂ ਸਾਨੂੰ ਕੀ ਹੋ ਰਿਹਾ। ਅਸੀਂ ਮੰਦ ਬੁੱਧੀ ਨਹੀਂ ਆ। ਜੋ ਹੋ ਰਿਹਾ ਸਾਨੂੰ ਪਤਾ ਹੀ ਨਾ ਲੱਗੇ, ਨਹੀਂ ਜੋ ਰਿਹਾ ਪਤਾ ਹੋਵੇ, ਚੇਤਨ ਹੋਈਏ, ਜੋ ਹੋ ਰਿਹਾ ਸਾਨੂੰ ਪਤਾ ਹੋਵੇ ਕੀ ਹੋ ਰਿਹਾ। ਪਰ ਇਹ ਵੀ ਪਤਾ ਹੋਵੇ ਕਿ ਇਹਨੂੰ ਬਦਲ ਸਕਦੇ ਹਾਂ ਕਿ ਨਹੀਂ ਬਦਲ ਸਕਦੇ। ਜੇ ਸਾਡੀ ਤੁਹਾਡੀ ਪਕੜ ਵਿੱਚ ਹੈ ਤੇ ਬਦਲ ਦਿਓ, ਜੋ ਸੰਭਵ ਹੈ ਕਰ ਦਿਓ। ਤੇ ਕੁਝ ਚੀਜ਼ਾਂ ਉਹ ਹੁੰਦੀ ਸਾਡੀ ਪੇਸ਼ ਨਹੀਂ ਹੈ, ਫਿਰ ਉੱਥੇ ਸ਼ਾਂਤ ਹੋ ਜਾਓ, ਉੱਥੇ ਕਲਪੋ ਮਤ। ਜਿਹੜੀ ਚੀਜ਼ ਨੂੰ ਬਦਲ ਸਕਦੇ ਹੋ ਉਹ ਤੇ ਬਦਲ ਦਿਓ। ਤੇ ਜਿਸ ਵਸਤੂ ਨੂੰ, ਜਿਸ ਪਰਿਸਥਿਤੀ ਨੂੰ ਤੁਸੀਂ ਬਦਲ ਨਹੀਂ ਸਕਦੇ, ਉੱਥੇ ਆਪਣੇ ਆਪ ਨੂੰ ਸਾਇਲੈਂਟ ਕਰ ਦਿਓ, ਕਿਉਂਕਿ ਤੁਹਾਡੇ ਵੱਸ ਤੋਂ ਬਾਹਰ ਹੈ। ਤੁਹਾਡੇ ਪਰਿਸਥਿਤੀਆਂ ਤੁਹਾਡੇ ਵੱਸੋਂ ਬਾਹਰ ਹੁੰਦੀਆਂ। ਅਸੀਂ ਵੇਖਿਆ ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਦੇ ਬਹੁਤ ਵੱਡੇ ਪੱਧਰਾਂ 'ਤੇ ਜਾਣਦੇ ਹਾਂ। ਦਸ਼ਮੇਸ਼ ਪਾਤਸ਼ਾਹ ਹੁਕਮ ਦਿੰਦੇ ਤੇ ਸਭ ਕੁਝ ਬਦਲ ਜਾਂਦਾ। ਕਿ ਚਮਕੌਰ ਸਾਹਿਬ 'ਚ ਜੇ ਉਹ ਪਾਸਾ ਦੇਖੀਏ ਦਸ਼ਮੇਸ਼ ਦਾ, ਵੀ ਸਰਬਕਲਾ ਸਮਰੱਥ ਨੇ, ਇੱਕ ਨਿਗਾਹ ਭਰ ਕੇ ਦੇਖ ਲੈਣ ਤੇ ਸਾਰੀ ਦੁਨੀਆ ਫਨਾਹ ਕਰ ਦੇਣ, ਪਰ ਇਹ ਚੀਜ਼ਾਂ ਵਰਤਦੇ ਨਹੀਂ। ਦੁਨਿਆਵੀ ਜੰਗੀ ਤਰੀਕੇ ਦੇ ਨਾਲ ਇਸ ਜੰਗ ਵਿੱਚ ਲੜਨ ਦਾ ਤੇ ਬਚਣ ਦਾ ਕੋਈ ਤਰੀਕਾ ਨਹੀਂ। ਤੇ ਗੁਰੂ ਮਹਾਰਾਜ ਨੇ ਫਿਰ ਪਰਿਸਥਿਤੀਆਂ ਦੇ ਵਿੱਚ ਕੀ ਲਿਖੇ? ਸਾਇਲੈਂਟ ਹੋ ਕੇ ਨਿਕਲ ਗਏ ਨੇ। ਬੱਚੇ ਸ਼ਹੀਦ ਹੋਏ, ਸਿੰਘ ਸ਼ਹੀਦ ਹੋਏ, ਪਰ ਮਕਸਦ ਬੜਾ ਵੱਡਾ ਹੈ। ਤੇ ਸਾਰਿਆਂ ਨੂੰ ਪਤਾ ਕਿ ਵੱਡੇ ਮਕਸਦ ਨੂੰ ਪੂਰਾ ਕਰਨ ਵਾਸਤੇ ਆਪੂ ਰਹਿਣਾ ਜੀਵਤ ਜ਼ਰੂਰੀ ਹੈ। ਉਸ ਆਪਣੇ ਸਿੰਘਾਂ ਦੇ ਸਦਕੇ ਹੀ, ਆਪਣੇ ਪੰਥ ਦੇ ਸਦਕੇ ਹੀ ਇੱਕ ਵਿਧ ਬਣਾ ਕੇ ਮਹਾਰਾਜ ਲੰਘ ਜਾਂਦੇ ਨੇ, ਸਾਇਲੈਂਟ ਨਿਕਲ ਜਾਂਦੇ ਨੇ। ਨਹੀਂ ਤਾਂ ਦੁਨੀਆ ਦੂਜਾ ਤਰੀਕਾ ਸੀ, ਲੜਕੇ ਖਿਮਾ ਕਰਨਾ, ਜੋ ਮਹਾਰਾਜ ਨੇ ਪਹਿਲਾਂ ਕਿਹਾ ਹੋ ਜਾਏ ਉਹ ਹੋ ਜਾਂਦਾ, ਤੇ ਫਿਰ ਇਤਿਹਾਸ ਬਦਲ ਜਾਂਦਾ। ਪਰਿਸਥਿਤੀਆਂ ਦਾ ਮੁਕਾਬਲਾ ਅਸੀਂ ਕਿਵੇਂ ਕਰਨਾ ਹੈ? ਪਰਿਸਥਿਤੀਆਂ ਦੇ ਵਿੱਚ ਰਹਿੰਦਿਆਂ ਹੋਏ ਸਾਡਾ ਟਾਰਗੇਟ ਕੀ ਹੈ, ਤੇ ਕੀ ਅਸੀਂ ਆਪਣੇ ਨਿਸ਼ਾਨੇ ਨੂੰ ਤਾਂ ਨਹੀਂ ਭੁੱਲ ਗਏ? ਉਹਨਾਂ ਦੇ ਉਲਝੇ ਵਿੱਚ ਉਲਝ ਜਾਣੇ, ਉਹ ਧੋਖਾ ਹੁੰਦਾ ਹੈ। ਓਟ ਤੇ ਟਿਕਾਂਗੇ, ਧੋਖੇ ਤੋਂ ਬਚ ਜਾਵਾਂਗੇ, ਕਿਉਂਕਿ ਰਸ ਤੇ ਕਰਤਾ ਭੁਗਦੇ। ਫਿਰ ਕੀ ਕਰੀਏ? ਕਹਿਣ ਲੱਗੇ ਇਸ ਨੂੰ ਸਮਝੋ ਅੰਤਰ ਸੋ ਬਾਹਰ ਦੇਖੋ। ਜਿਹੜੀ ਜੋਤ ਕਲਾ ਸਾਡੇ ਤੁਹਾਡੇ ਸਾਰੇ ਜੀਆਂ ਦੇ ਅੰਦਰ ਹੈ ਨਾ, ਇਸ ਨੂੰ ਬਾਹਰ ਦੇਖਣ ਦਾ ਯਤਨ ਕਰੋ। ਇਹ ਠੀਕ ਕਿ ਸਾਡੀ ਦ੍ਰਿਸ਼ਟੀ 'ਚ ਦਿਵਤਾ ਨਹੀਂ ਹੈ, ਤੇ ਬਿਨਾਂ ਦ੍ਰਿਸ਼ਟੀ ਦੀ ਦਿਵਤਾ ਤੋਂ ਇਹ ਬਾਹਰਲੀ ਜੋਤ ਤੇ ਅੰਦਰ ਦੀ ਜੋਤ ਸਮਝ ਨਹੀਂ ਆਉਂਦੀ। ਜਿਵੇਂ ਸੰਸਾਰੀ ਅੱਖਾਂ 'ਚ ਜੋਤ ਨਾ ਹੋਵੇ ਤੇ ਹਨੇਰੇ ਤੇ ਚਾਨਣ 'ਚ ਫਰਕ ਕਰਨੇ ਕੋਈ ਫਰਕ ਪਤਾ ਨਹੀਂ। ਆ ਕੋਈ ਵਿਅਕਤੀ ਜੋ ਜਮਾਂਦਰੂ ਅੰਨਾ ਹੋਵੇ, ਉਹਨੂੰ ਪੁੱਛੀ ਰੰਗ ਤੇ ਚਾਨਣ ਕੀ ਹੁੰਦੇ ਨੇ, ਕਹੇਗਾ ਕੀ ਪਤਾ। ਉਹਨੂੰ ਪੁੱਛੀ ਅੰਧੇਰਾ ਕੀ ਹੁੰਦਾ, ਕਹਿੰਦਾ ਕੀ ਪਤਾ, ਕਿਉਂਕਿ ਉਹਦੇ ਵਾਸਤੇ ਚਾਨਣ ਦਾ ਤੇ ਅੰਧਕਾਰ ਦਾ ਕੋਈ ਮਾਇਨੇ ਨਹੀਂ ਗਾ। ਉਹਨੂੰ ਨਾ ਤੇ ਕਾਲੇ ਰੰਗ ਦਾ ਪਤਾ ਹੈ, ਤਾਂ ਨਾ ਚਿੱਟੇ ਰੰਗ ਦਾ ਪਤਾ ਹੈ। ਸੁਣਿਆ ਹੈ ਲੋਕਾਂ ਤੋਂ ਵੀ ਚਾਨਣ ਕੁਝ ਹੁੰਦਾ ਹੈ, ਸੁਣਿਆ ਹੈ ਵੀ ਚਿੱਟਾ ਰੰਗ ਹੁੰਦਾ, ਸੁਣਿਆ ਹੈ ਨਾ। ਪਰ ਉਹਨੂੰ ਪੁੱਛੀ ਕਹੇਗਾ ਨਹੀਂ। ਉਹਨੂੰ ਪੁੱਛੀ ਹਨੇਰਾ ਹੈ, ਕਹੇਗਾ ਭਾਈ ਮੈਨੂੰ ਤਾਂ ਸੱਚ ਜਾਣੋ ਕਿ ਹਨੇਰੇ ਦਾ ਵੀ ਪਤਾ ਨਹੀਂ ਵੀ ਹਨੇਰਾ ਕੀ ਹੁੰਦਾ ਹੈ, ਕਿਉਂਕਿ ਜਦੋਂ ਤੋਂ ਜਨਮ ਲਿਆ ਹੋ ਸ਼ਾਇਦ ਦੇਖੀ ਕੁਛ ਨਹੀਂ, ਕਿਉਂਕਿ ਅੰਧਕਾਰ ਵੀ ਤਾਂ ਦੇਖਿਆ ਜਾਂਦਾ ਨਾ, ਉਹਦੇ ਵਾਸਤੇ ਤਾਂ ਕੁਛ ਵੀ ਨਹੀਂ ਗਾ। ਇਵੇਂ ਹੀ ਸਾਡੀਆਂ ਅੱਖਾਂ ਦੇ ਵਿੱਚ ਦਿਵਤਾ ਨਾ ਹੋਣ ਕਰਕੇ ਸਾਡੇ ਵਾਸਤੇ ਤਾਂ ਜੋਤ ਦਾ ਅਨੁਭਵ ਹੀ ਕੁਝ ਨਹੀਂ ਗਾ, ਹੈ ਹੀ ਨਹੀਂ ਸਾਡੇ ਲਈ। ਨਾ ਕਾਲੀ ਹੈ, ਨਾ ਚਿੱਟੀ ਹੈ, ਨਾ ਕੁਛ ਵੀ ਤੇ ਨਹੀਂ। ਪਰ ਹੈ ਤਾਂ ਨਾ ਉਸ ਅੰਧਲੇ ਵਿਅਕਤੀ ਲਈ ਸੂਰਜ ਨਹੀਂ ਹੈ, ਚੰਦ ਨਹੀਂ ਹੈ, ਸਿਤਾਰੇ ਨਹੀਂ ਗੇ, ਅਸੀਂ ਤੁਸਿਆਂ ਦਾ ਰੰਗ ਰੂਪ ਨਹੀਂ ਗੇ, ਪਰ ਇਹਦਾ ਮਤਲਬ ਤਾਂ ਨਹੀਂ ਕਿ ਹੈ ਨਹੀਂ, ਉਹਨੂੰ ਨਹੀਂ ਦਿਸਦੇ।
ਇਹਦਾ ਮਤਲਬ ਨਹੀਂ ਕਿ ਜੋਤ ਨਹੀਂ ਹੈ, ਸਾਨੂੰ ਨਹੀਂ ਦਿਸਦੀ। ਅਮਲੇ ਸਤਿਗੁਰੂ ਮਿਲਿਆ, ਦਿਵ ਦ੍ਰਿਸ਼ਟੀ ਹੋਈ। ਸਤਿਗੁਰੂ ਨੂੰ ਮਿਲਾਂਗੇ, ਸਤਿਗੁਰੂ ਜਿਹੜੀ ਜੀ ਮਿਲ ਜਾਂਦੇ ਨੇ, ਉਹਨਾਂ ਦੀ ਦ੍ਰਿਸ਼ਟੀ ਦਿਵ ਹੁੰਦੀ ਹੈ। ਦ੍ਰਿਸ਼ਟੀ ਦਿਵ ਦਾ ਮਤਲਬ ਹੁੰਦਾ ਕਿ ਅਸਲੀਅਤ ਵਿੱਚ ਜੋ ਨਹੀਂ ਦੇਖਿਆ ਜਾ ਪਾ ਰਿਹਾ ਉਹ ਉਸ ਨੂੰ ਵੀ ਦੇਖ ਸਕਦੇ ਨੇ। ਕਦੇ ਕਦਾਈ ਐਸੇ ਕੋਈ ਜੀਵਨ ਦੇ ਰਾਹ 'ਤੇ ਮਿਲ ਜਾਂਦੇ ਨੇ, ਜਿਵੇਂ ਆਪਾਂ ਬੈਠੇ ਨਾ, ਹੁਣ ਦੂਰ ਦੂਰ ਬੈਠੇ ਹੋ, ਸਾਨੂੰ ਲੱਗਦਾ ਕਿ ਵਿੱਚ ਕੁਝ ਵੀ ਨਹੀਂ ਗਾ, ਖਾਲੀ ਸਪੇਸ ਹੈ। ਪਰ ਕੁਝ ਦੀ ਦ੍ਰਿਸ਼ਟੀ ਇਤਨੀ ਬਾਰੀਕ ਹੈ, ਕਹਿਣ ਲੱਗੇ ਸਪੇਸ ਨਹੀਂ ਗਾ, ਇਹ ਖਾਲੀ ਥਾਂ ਨਹੀਂ, ਇੱਥੇ ਵੀ ਕੋਈ ਹੈ। ਔਰ ਇਹਦੇ ਬੜੇ ਵਡੇਰੇ ਗਿਆਨੀਆਂ ਦੇ ਵਡੇਰਿਆਂ ਦੇ ਪ੍ਰਮਾਣ ਨੇ ਕਿ ਸਪੇਸ ਖਾਲੀ ਨਹੀਂ, ਇੱਥੇ ਕੁਛ ਹੈ। ਸਾਡੇ 'ਚ ਬਹੁਤ ਵਕਤਾ ਅਤੇ ਸ਼ਰੋਤਾ ਉਹ ਨੇ ਜਿਹਨੂੰ ਅਸੀਂ ਦੇਖ ਹੀ ਨਹੀਂ ਪਾ ਰਹੇ। ਖਾਸ ਕਰਕੇ ਸਤਸੰਗਤੀ ਮੁਕਾਮ 'ਤੇ ਉਹ ਸ਼ਰੋਤਾ ਹੁੰਦੇ ਨੇ ਜਿਹਨਾਂ ਨੂੰ ਅਸੀਂ ਦੇਖ ਹੀ ਨਹੀਂ ਪਾਉਂਦੇ। ਉਹ ਕੀਰਤਨ ਸੁਣਦੇ ਨੇ, ਬਾਣੀ ਸੁਣਦੇ ਨੇ। ਕਦੇ ਆਪ ਨੂੰ ਇਸ ਬਾਰੇ ਕੋਈ ਸ਼ੱਕ ਹੋਵੇ ਤਾਂ ਮਸਕੀਨ ਸਾਹਿਬ ਦੀ ਗਾਥਾਵਾਂ ਕਿ ਸਟੇਜ 'ਤੇ ਬੈਠੇ ਹੋਏ ਵਿਅਕਤੀ ਸਾਹਮਣੇ ਵਿਅਕਤੀ ਨੂੰ ਇੱਕ ਨੂੰ ਨਜ਼ਰ ਆਉਂਦੇ ਨੇ, ਬਾਕੀ ਨੂੰ ਨਜ਼ਰ ਨਹੀਂ ਆਉਂਦੇ। ਔਰ ਬਾਕਾਇਦਾ ਪ੍ਰਮਾਣ ਬਾਈ ਡੇਟ ਦਿੱਤੀਆਂ ਗੱਲਾਂ ਵੀ ਕਿਸੇ ਨੂੰ ਨਜ਼ਰ ਆਉਂਦਾ ਸਾਹਮਣੇ ਬੈਠਾ ਵਿਅਕਤੀ ਕੋਈ ਟੇਕ ਲਾ ਕੇ ਸੁਣਦਾ ਹੈ। ਉਹ ਦੱਸਦੇ ਨੇ ਕਿ ਤੁਸੀਂ ਸਟੇਜ 'ਤੇ ਬੈਠਦੇ, ਤੁਹਾਡੇ ਫਲਾਂ ਜਗ੍ਹਾ 'ਤੇ ਉਹ ਬੰਦਾ ਬੈਠਾ ਹੁੰਦਾ ਹੈ। ਔਰ ਤਜਰਬੇ ਵਾਸਤੇ ਤੀਜੇ ਦਿਨ ਇੱਕ ਬੰਦਾ ਉੱਥੇ ਆ ਕੇ ਬੈਠਦਾ ਅਤੇ ਪਰਾਂ ਕਰ ਦਿੰਦਾ, ਮੇਰੀ ਜਗ੍ਹਾ ਹੈ। ਔਰ ਬਾਕਾਇਦਾ ਬਾਈ ਡੇਟ ਪ੍ਰਮਾਣ ਨੇ। ਬਹੁਤ ਕੁਝ ਐਸਾ ਹੈ ਜੋ ਸਾਨੂੰ ਨਹੀਂ ਦਿਸਦਾ। ਪ੍ਰੋਫੈਸਰ ਪੂਰਨ ਸਿੰਘ ਸਾਹਿਬ ਜੀ ਕਹਿੰਦੇ ਕਿ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਪੌੜੀਆਂ ਉਤਰ ਜਾਓ ਨਾ, ਤੇ ਬੜੇ ਅਦਬ ਨਾਲ ਚਰਨ ਧਰਨਾ ਉੱਥੇ। ਅਸੀਂ ਤਾਂ ਠੀਕ ਹੈ, ਨੱਠਦੇ ਭੱਜਦੇ ਅਤੇ ਬੜਾ ਕੁਝ ਕਰਦੇ ਉੱਥੇ, ਪਰ ਉੱਥੇ ਕਦਮ ਧਰਨ ਲੱਗਿਆ ਬੜੇ ਠਹਿਰ ਕੇ ਆਪਣੇ ਦਾਮਨ ਨੂੰ ਸੰਕੋਚ ਕੇ ਉੱਥੋਂ ਲੰਘਣਾ। ਸ਼ਾਇਦ ਇਸੇ ਕਰਕੇ ਸਾਡੇ ਤਮਾਮ ਉਮਰ ਕਰਕੇ ਵੱਡੇ ਛੋਟੇ ਜਦੋਂ ਪੌੜੀ ਨੂੰ ਸਭ ਤੋਂ ਪਹਿਲਾਂ ਮੱਥਾ ਟੇਕਦੇ ਨੇ। ਤਮਾਮ ਜੀਨ ਵੇਖਿਆ ਹੋਣਾ ਨਾ, ਦਰਬਾਰ ਸਾਹਿਬ ਦੇ ਕਿਸੇ ਵੀ ਦਰਵਾਜ਼ੇ ਤੋਂ ਅੰਦਰ ਜਾਂਦੇ ਨੇ, ਭਾਵੇਂ ਘੰਟਾ ਘਰ ਵਾਲੇ ਪਾਸੇ ਤੋਂ ਜਾਣ ਅਤੇ ਭਾਵੇਂ ਲੰਗਰ ਵਾਲੇ ਪਾਸੇ ਤੋਂ ਜਾਣ, ਪਰਿਕਰਮਾ 'ਚ ਪਹੁੰਚਦੇ ਹੀ ਸ਼ਰਧਾਲੂ ਪਹਿਲਾਂ ਉੱਥੇ ਗੋਡਿਆਂ ਪਰਨੇ ਹੋ ਕੇ ਮੱਥਾ ਟੇਕਦੇ ਨੇ। ਕਿਉਂਕਿ ਤੁਹਾਨੂੰ ਨਹੀਂ ਪਤਾ ਇੱਥੇ ਤੇ ਕਦਮ ਕਦਮ 'ਤੇ ਅਭਿਆਸੀ ਅਤੇ ਬ੍ਰਹਮ ਗਿਆਨੀ ਅਤੇ ਸ਼ਹੀਦ ਅਤੇ ਸੰਤ ਬੈਠੇ ਨੇ, ਬਸ ਆਪਣੀ ਰੌਂਚ ਨੇ, ਆਪਣੇ ਆਨੰਦ 'ਚ ਟਿਕੇ ਹੋਏ ਨੇ, ਸਾਨੂੰ ਨਹੀਂ ਪਤਾ ਲੱਗਦਾ। ਖੈਰ, ਬਹੁਤ ਕੁਝ ਆਦਰਸ਼ ਮੰਡਲ ਹੈ। ਜੋ ਅੰਤਰ ਸੋ ਬਾਹਰ ਦੇਖੋ। ਠੀਕ ਹੈ, ਸਾਨੂੰ ਉਹਦਾ ਮੋਟਾ ਨਹੀਂ ਸਮਝ ਸੀ, ਮੰਨ ਤੇ ਸਕਦੇ ਨਾ। ਇੱਕ ਗੱਲ ਹੋਰ ਦੇਖੀ ਕਿ ਦੂਜਾ ਅਵਰ ਨਾ ਕੋਈ ਜੀਓ, ਉਹ ਕਰਤਾ ਹੀ ਅੰਦਰ ਹੈ ਅਤੇ ਕਰਤਾ ਹੀ ਬਾਹਰ ਹੈ। ਹਾਂ, ਬਾਹਰਲੇ ਰੂਪ ਨੂੰ ਆਪਾਂ ਦੇਖ ਪਾ ਰਹੇ ਨਾ, ਜਿਹੜਾ ਗੁਰਬਾਣੀ ਦੱਸਿਆ ਕਿ ਇਹ ਹੀ ਕਰਤੇ ਦਾ ਰੂਪ ਮੰਨ ਕੇ ਚੱਲ ਤੂੰ। ਅੱਗੇ ਜਾ ਕੇ ਬਚਨ ਆਪਾਂ ਪੜ੍ਹਨਾ ਹੈ, ਰਾਗ ਤਲੰਗ ਵਿੱਚ ਆਏਗਾ। ਜਿਵੇਂ ਕਿ ਨਾ, ਬਾਹਰ ਦੇਖੋ, ਬਾਹਰ ਕੀ ਦੇਖਦੇ ਹਾਂ ਅਸੀਂ ਤੁਸੀਂ ਇੱਕ ਦੂਜੇ ਨੂੰ ਦੇਖਦੇ ਹਾਂ, ਰੋਜ਼ ਆਪਾਂ ਚਿਹਰੇ ਦੇਖਦੇ ਹਾਂ, ਪਛਾਣਦੇ ਵੀ ਫਲਾਣਾ ਆ ਕੇ ਬੈਠਾ ਕਿ ਨਹੀਂ ਬੈਠਾ। ਪਰ ਅਸੀਂ ਥੋੜ੍ਹਾ ਜਿਹਾ ਨਾ ਤੋਂ ਉੱਚੀ ਉੱਠ ਜਾਈਏ ਨਾ, ਅਸੀਂ ਵਿਅਕਤੀਆਂ ਦੇ ਚਿਹਰੇ ਨਾ ਪਛਾਣੀਏ, ਅਸੀਂ ਇਹ ਆ ਕੇ ਦੇਖੀਏ ਕਿ ਪ੍ਰਭੂ ਜੀ ਹੈ ਜੋ ਦਿਸੈ ਸੋ ਤੇਰਾ ਰੂਪ। ਹੁਣ ਇਹ ਹੈ ਤੇ ਰੂਪ ਕੋਈ ਨਾ ਕਿਸੇ ਮਨੁੱਖ ਦੇ ਰੂਪ ਵਿੱਚ ਹੀ, ਪਰ ਜੋ ਦਿਸ ਰਿਹਾ ਤੇਰਾ ਰੂਪ ਹੈ। ਜੋ ਦਿਸੈ ਸੋ ਤੇਰਾ ਰੂਪ। ਨਿਤਨੇਮੀਆਂ ਨੇ ਪੜ੍ਹਿਆ ਹੋਣਾ, ਸ਼ਾਇਦ ਪੜ੍ਹ ਵੀ ਲਓਗੇ ਜਾ ਕੇ, ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹੋ। ਅਸੀਂ ਕਹਾਂਗੇ ਹਾਂ ਜੀ ਦੇਖਦੇ ਹਾਂ, ਇਹ ਹਰ ਕਾ ਰੂਪ ਹੈ। ਹੁਣ ਇਹ ਹਰ ਕਾ ਰੂਪ ਹੈ। ਬਾਹਰ ਦੇਖੋ, ਦੇਖੋ ਹਰ ਕਾ ਰੂਪ ਹੈ। ਤੁਰੇ ਫਿਰਦੇ ਲੋਕ, ਇਹ 'ਚ ਖੇਡਦੇ ਬਾਲਕ, ਖਿੜੇ ਤੇ ਫੁੱਲ, ਜੋ ਸਾਨੂੰ ਚੰਗੇ ਲੱਗਦੇ ਨੇ ਜਾਂ ਨਹੀਂ ਚੰਗੇ ਲੱਗਦੇ। ਸਾਡੀ ਮਤ ਬੁੱਧ ਹੈ ਨਾ ਵੀ ਸਾਨੂੰ ਕੁਝ ਜੀ ਮਨ ਭਾਉਂਦੇ ਨੇ, ਕੁਝ ਚੀਜ਼ ਸਾਨੂੰ ਵਿਰੋਧੀ ਲੱਗਦੇ ਨੇ, ਪਰ ਇਹ ਤੇ ਕਰਤੇ ਦਾ ਰੂਪ ਹੈ ਨਾ। ਇਹੀ ਤੇ ਕਰਤੇ ਦੀ ਵਿਲੱਖਣਤਾ ਹੈ ਕਿ ਉਹ ਹਰ ਰੂਪ ਦੇ ਵਿੱਚ ਆਪ ਹੈ। ਔਰ ਇਹਦਾ ਕਿਤੇ ਦਰਸ਼ਨ ਹੋਰ ਗਹਿਰੇ ਸਮਝਣਾ ਹੋਵੇ, ਸਾਡੇ ਘਰਾਂ 'ਚ ਅੰਮ੍ਰਿਤ ਕੀਰਤਨ ਪੋਥੀਆਂ ਤਾਂ ਲਗਭਗ ਸਾਰੇ ਘਰਾਂ 'ਚ ਹੋਣਗੀਆਂ। ਉਹਨਾਂ ਪੋਥੀਆਂ 'ਚੋਂ ਕਿਤੇ ਅਕਾਲ ਉਸਤਤ ਦਾ ਪ੍ਰਕਰਣ ਪੜ੍ਹਨਾ, ਕਹੂੰ ਦੇਵਤਾਨ ਕੇ ਦੇਵਾਨ ਮੈਂ ਬਿਰਾਜਮਾਨ ਦਸ਼ਮੇਸ਼ ਦੇ ਨਾਂ 'ਤੇ ਜੋ ਸਵਈਏ ਨੇ, ਕਦੇ ਉਹਨਾਂ ਦਾ ਠਹਿਰ ਕੇ ਪਾਠ ਕਰਨਾ, ਫਿਰ ਪਤਾ ਲੱਗੇਗਾ ਅਸੀਂ ਕੀ ਸੋਚਦੇ ਹਾਂ ਅਤੇ ਕਰਤਾ ਪੁਰਖ ਦੇ ਬਾਬਤ ਅਸਲੀਅਤ ਦਾ ਸਰੂਪ ਕੀ ਹੈ। ਜਾਂ ਰਾਗ ਸੁਰਠ ਵਿੱਚ ਅੱਗੇ ਜਾ ਕੇ ਮਹੱਲੇ ਚੌਥੇ ਕੇ ਬਚਨ ਹੋਣੇ, ਆਪੇ ਆਪ 'ਚ ਵਰਤਾ ਪਿਆਰਾ, ਆਪੇ ਆਪ ਚਾਹੁੰਦਾ, ਸਭ ਕੁਛ ਆਪ ਹੈ। ਉਸ ਨੂੰ ਮਹਿਸੂਸ ਕਰੀਏ। ਜੋ ਦੇਖਦੇ ਹਾਂ ਕਮ ਸੇ ਕਮ ਦੇਖ ਲਈ ਤੇਰਾ ਰੂਪ। ਮੰਨ ਲਈਏ ਜਾਣਿਆ ਤੇ ਨਹੀਂ ਅਸਾਂ ਅਜੇ, ਮੰਨ ਤੇ ਸਕਦੇ ਨਾ, ਹਾਲਾਂਕਿ ਮੰਨਣਾ ਵੀ ਕਠਿਨ ਹੋ ਰਿਹਾ ਹੈ।
पर फिर भी अल्टीमेट मनना ही पैना है। जो अंतर सो बाहर देखो, दूजा अवर ना कोई जियो। बाबा सानू नहीं समझ आ रही। कहने लगे फिर ये वास्ते एक काम करो। किदां करिए? कहने लगे गुरमुख एक दृष्ट कर देखो। गुरमुख बन जाओ। गुरमुख बन के एक दृष्टि ना देखो। एक दृष्टि का मतलब होंदा ध्यान धर के देखो। अज उन्होंने कदे निशाने लगाए ने, जिवें अजकल खेडां निशानेबाजियां होंदियां, तीर तलाए ने, लोग किसी ने फायर बंदूकां चलाई, उन्होंने पता थोड़ा जा एक कर देखो दा वो भाव समझ सकते हैं, क्योंकि उन्हें प्रैक्टिकल किए होंगे। जिवें तुसीं 100 चीज़ विचों किसी एक चीज़ ते निशाना लाउणा होवे, उन्होंने एक कर देखो। जो असीं कहने कि महाभारत 'च अर्जुन नूं एक तीर चलाना सी, कहने कि एक कर देख, और उदों कदों तीर लगदा जदों सिर्फ उही नज़र आंदा है। उन्हां दे विच एक गाथा ये दार्शनिक है कि सारे ही 105 राजकुमार कौरव ते पांडव इकट्ठे अपने गुरु द्रोण कोल तीरअंदाजी सीखते हैं। तीरअंदाजी का अभ्यास करदे करदे एक बार द्रोण ने किते दूर किते उच्ची टाणी ते कोई पक्का फल लगा जो दूरों नज़र आ रहा सी। इन्हें कहा भी सारे जाने उस फल का निशाना लगाओगे पर तीर कोई नहीं चलाएगा। मैं सब नूं पुछना है, तुसीं निशाना लगाओ, मैं सवाल पूछांगा, हाँ तो ना च जवाब दिओ। ठीक है, वारी वारी सारिਆਂ ਦੀ वारी आई, सब ने निशाने लगाए। जदों कहते हाँ निशाना लग गया, हाँ जी हाँ लग गया, हुण दस तैनूं की नज़र आ रहा है? सारे कहन जी देखो पक्का लाल रंग का फल नज़र आ रहा है, उहदे नाल टाणियां ने, पत्ते ने, मैं पत्ते गिण के दस सकदा इन्ने पत्ते ने, इन्हां दे विच फल लगा होए, तीर ना चलाई। वारी वारी सारे दसिया कि फल भी नज़र आ रहे है, पत्ते नज़र आ रहे हैं, टाणी नज़र आ रही है। करद्या करद्या अखीर ते अर्जुन की वारी आई। पूछे अर्जुन तैनूं की नज़र आ रहा? कहने केवल ते केवल लाल रंग का फल नज़र आ रहा है। कहने लगे पत्ते हैगे ने? कहने लगा नहीं कोई पत्ता नहीं है, जबकि पत्ते लगे हुए ने, उत्थे पत्ते नज़र नहीं आ रहे। समझो एक दृष्टि हो गई। सानू इत्थे निंदा चुगली बुराइयां होणगियां, पर सानू नज़र आ रही ना, क्योंकि साड़ी एक दृष्टि नहीं है। गुरमुख की दृष्टि एक है, उन्होंने एक रब नज़र आ रहा है, सानू बहुत कुछ होर नज़र आ रहा है, तो वह तीरअंदाज मनिया गया। गुरमुख एक दृष्टि कर देखो। गुरमुखां वांग गुरमुख ही कहते हैं, सानू दस्सिया गुरमुखां की भाषा असीं बोल सकीए, एको है भाई एको है। भाई कन्हैया की दृष्टि गुरमुख दृष्टि होगी। एक कर देखो ने एक देख लिया। सामने सानू नज़र आउंदा है मुगलों का सिपाही, सानू तो नज़र आउंदा ना, चलो असीं तुसीं नहीं सा, साडे वर्गे होर सिख होणगे, उत्थे सिपाही होणगे, ताकतवर लोग होणगे, जिहड़े मैदाने जंगां च लड़ सकते हैं, जूझ सकते हैं, ताकतवर ने। हुण वो एक दृष्टि कर देखदा है, उन्होंने तो केवल गुरु गोबिंद सिंह नज़र आ रहे हैं, बाकी उन्होंने मुगलिए सिपाही नज़र आ रहे हैं। सानू क्योंकि एक दृष्टि कर देखो, गुरमुख एक दृष्टि कर देखो, घट घट जोत समोई जियो, क्योंकि हर हिरदे दे विच वो करता पुरख की ही जोत विराजमान है। करता पुरख की जोत तो बिना होर तो कुछ भी नहीं। घट घट जोत समोई जियो, हर हिरदे दे विचों एक करता पुरख की जोत ही जोत है, उस तो बिना होर कुछ भी तो नहीं। बेनती करा, हुणे सने आ गया कि सहज पाठ तक सलोकां दे भोग पौने ने और रल के, हालांकि समा थोड़ा जिहा सेके निकल गए, फिर भी बेनती करांगा असीं यतन करिए श्लोक महला 9 का जाप आपां रल के कर सकीए। भुल चुक दी खिमा, आसीस ते प्यार दे फतेह बुलावना। वाहिगुरू जी का खालसा, वाहिगुरू जी की फतेह।